ਦੀਪ ਸਿੱਧੂ ਦੇ ਅੰਤਮ ਅਰਦਾਸ ਦੇ ਵਿੱਚ ਅੱਜ ਸ਼ਰਧਾਂਜਲੀ ਦੇਣਾ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੈਗੇ ਨੇ। ਉੱਥੇ ਹੀ ਮੁਸਲਿਮ ਸੰਗਠਨ ਪੰਜਾਬ ਦੇ ਪ੍ਰਧਾਨ ਐਡਵੋਕੇਟ ਨੀਮ ਖਾਨ ਵੀ ਪਹੁੰਚੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਖਾਨ ਸਾਹਿਬ, ਦੀਪ ਸਿੱਧੂ ਦੀ ਬੇਵਕਤੀ ਮੌਤ ਨੂੰ ਕਿਵੇਂ ਦੇਖਦੇ ਹੋ? ਅੱਜ ਜਿਹੜਾ ਇਕੱਠ ਹੋਇਆ ਉਹ ਕੀ ਸੰਦੇਸ਼ ਦਿੰਦਾ ਹੈਗਾ? ਦੀਪ ਸਾਨੂੰ ਉਮੀਦ ਨਹੀਂ ਸੀ ਇੰਨੀ ਜਲਦੀ ਸਾਡੇ ਕੋਲੋਂ ਵਿਛੜ ਜਾਏਗਾ। ਦੀਪ ਇੱਕ ਨਵੇਂ ਪੰਜਾਬ ਨੂੰ ਸਿਰਜਣ ਦੀ ਗੱਲ ਕਰਦਾ ਸੀ, ਸਾਡਾ ਆਈਕਨ ਸੀ। ਅਸੀਂ ਸੋਚਦੇ ਸੀਗੇ ਕਿ ਚਲੋ ਕੋਈ ਬੰਦਾ ਇਦਾਂ ਦਾ ਆਇਆ ਜਿਹੜਾ ਨਵੇਂ ਪੰਜਾਬ ਦੀ ਗੱਲ ਕਰ ਰਿਹਾ। ਉਸ ਪੰਜਾਬ ਦੀ ਗੱਲ ਕਰਦਾ ਸੀ ਜਿਹੜਾ ਪੰਜਾਬ ਪਹਿਲੇ ਨੰਬਰ ਤੇ ਸੂਬਾ ਹੁੰਦਾ ਸੀ। ਦੀਪ ਦਾ ਜਿਹੜਾ ਘਾਟਾ ਉਹ ਪੂਰਾ ਨਹੀਂ ਹੋ ਸਕਦਾ। ਪਰ ਮੈਂ ਇਸ ਅੱਜ ਦੇ ਮੌਕੇ ਤੇ ਆ ਲੱਖਾਂ ਲੋਕ ਜਿਹੜੇ ਇਕੱਠੇ ਹੋਏ ਆ, ਇਹ ਤੋਂ ਇੱਕ ਹੌਸਲਾ ਮਿਲਿਆ ਆ ਕਿ ਦੀਪ ਨੂੰ ਫਿਜ਼ੀਕਲੀ ਤੌਰ ਤੇ ਸਾਡੇ ਕੋਲੋਂ ਵਿਛੜਿਆ, ਪਰ ਦੀਪ ਦੀ ਸੋਚ ਇਹਨਾਂ ਲੱਖਾਂ ਲੋਕਾਂ ਦੇ ਦਿਲਾਂ ਦੇ ਵਿੱਚ ਜਿੰਦੀ ਰਹੇਗੀ ਇਨਸ਼ਾਅੱਲਾ, ਅੱਲਾ ਨੇ ਚਾਹਿਆ। ਮੈਨੂੰ ਲੱਗਦਾ ਕਿ ਇਹ ਸੋਚ ਤੁਸੀਂ ਉਮੀਦ ਕਰਦੇ ਕਿ ਸਾਲਾਂ ਬੱਧੀ ਜਿੰਦੀ ਰਹੇਗੀ, ਪਰ ਜਿੱਦਾਂ ਪੰਜਾਬ ਦੀ ਸਾਡੀ ਜਵਾਨੀ ਜਾਂ ਸਾਡਾ ਕਲਚਰ ਜਾਂ ਅਸੀਂ ਭੁੱਲ ਜਾਂਦੇ ਛੇਤੀ, ਤੁਹਾਨੂੰ ਲੱਗਦਾ ਕਿ ਕਿਤੇ ਇੱਕ ਫੇਰ ਧੋਖਾ ਨਾ ਹੋ ਜਾਵੇ? ਮੈਨੂੰ ਨਹੀਂ ਲੱਗਦਾ। ਜੇ ਸਰਦਾਰ ਭਗਤ ਸਿੰਘ ਉਹਨਾਂ ਨੇ ਆਜ਼ਾਦੀ ਦਵਾਈ ਸੀ, ਅਸੀਂ ਅੱਜ ਵੀ ਉਹਨੂੰ ਆਪਣਾ ਆਈਕਨ ਮੰਨਦੇ ਹਾਂ। ਅਸੀਂ ਆਪਣੇ ਬੱਚਿਆਂ ਨੂੰ, ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ। ਜੇ ਤੁਹਾਡੀ ਵਰਗੀ ਏਜ ਦੇ ਬੰਦੇ ਸਾਨੂੰ ਨਾ ਦੱਸਦੇ ਕਿ ਭਗਤ ਸਿੰਘ ਉਹਨਾਂ ਨੇ ਆਜ਼ਾਦੀ ਦਵਾਈ, ਸਾਨੂੰ ਨਹੀਂ ਪਤਾ ਲੱਗਣਾ ਸੀ। ਜੇ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਦੱਸਾਂਗੇ ਕਿ ਦੀਪ ਨੇ ਸਾਡੇ ਲਈ ਕੀ ਕੀਤਾ, ਸਮਾਜ ਲਈ ਕੀ ਕੀਤਾ, ਫਿਰ ਇਹ ਅਸੀਂ ਬੇਈਮਾਨੀ ਕਰਾਂਗੇ ਆਪਣੇ ਆਪ ਨਾਲ। ਸਾਨੂੰ ਆਪਣੇ ਬੱਚਿਆਂ ਨੂੰ ਹਦਾਇਤ ਕਰਕੇ ਮਰਨਾ ਪਏਗਾ ਕਿ ਦੀਪ ਇੱਕ ਇਦਾਂ ਦਾ ਬੰਦਾ ਸੀ ਜਿਹਨੇ ਸਾਰੇ ਸਮਾਜ ਦੀ ਗੱਲ ਕੀਤੀ ਸੀ। ਉਹਨੇ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕੀਤੀ ਸੀ। ਉਹਨੇ ਨਵਾਂ ਪੰਜਾਬ ਸਿਰਜਣ ਦੀ ਗੱਲ ਕੀਤੀ ਸੀ। ਉਹਨੇ ਜ਼ਬਰ ਜ਼ੁਲਮ ਦੇ ਖਿਲਾਫ ਲੜਨ ਦੀ ਗੱਲ ਕੀਤੀ ਸੀ। ਸਾਨੂੰ ਯਾਦ ਰੱਖਣਾ ਪਏਗਾ, ਸਾਨੂੰ ਆਪਣੇ ਬੱਚਿਆਂ ਨੂੰ ਦੱਸਣਾ ਪਏਗਾ ਜੇ ਆਪਾਂ ਉਹਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ। ਭਗਤ ਸਿੰਘ ਉਹਨਾਂ ਦੀ ਸੋਚ ਉਹੀ ਸੋਚ ਹੈ ਜਿਹੜੀ ਦੀਪ ਉਹਨਾਂ ਦੀ ਸੋਚ ਸੀ। ਜਦੋਂ ਵੀ ਕੋਈ ਰੈਵੋਲੂਸ਼ਨਰੀ ਆਵਾਜ਼ ਉੱਠਦੀ ਹੈ ਸਮਾਜ ਦੇ ਵਿੱਚੋਂ, ਇਹ ਹੁਕਮਰਾਨ ਜਿਹੜੇ ਉਹਨੂੰ ਦੱਬਣ ਦੀ ਕੋਸ਼ਿਸ਼ ਕਰਦੇ ਆ, ਪਰ ਇਹ ਭੁੱਲ ਜਾਂਦੇ ਆ ਉਹ ਇੱਕ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰਦੇ ਆ। ਅੱਜ 10 ਲੱਖ ਬੰਦਾ ਜਿਹੜਾ ਇੱਥੇ ਇਕੱਠਾ ਹੋਇਆ ਹੈ, ਇਹ ਉਹ ਦੀਪ ਦੀ ਆਵਾਜ਼ ਬਣ ਕੇ ਇਨਸ਼ਾਅੱਲਾ ਤਾਲਾ ਅੱਗੇ ਚੱਲੇਗਾ। ਆਪਾਂ ਨਵੇਂ ਪੰਜਾਬ ਵੱਲ ਤੁਰਾਂਗੇ ਇਨਸ਼ਾਅੱਲਾ। ਲੱਗਦਾ ਇਹ ਜਿਹੜੀ ਆਵਾਜ਼ ਆ ਦੱਬਣ ਦੀ ਕੋਸ਼ਿਸ਼ ਹੋਈ ਹੈ ਕਿ ਬੇਵਕਤੀ ਮੌਤ, ਤੁਹਾਨੂੰ ਕੀ ਲੱਗਦੀ ਹੈਗੀ ਹੈ? ਮੈਂ ਐਜ਼ ਐਨ ਐਡਵੋਕੇਟ ਗੱਲ ਕਰਾਂ, ਮੈਂ ਵਕੀਲ ਹਾਂ, ਮੈਂ ਜਲੰਧਰ 'ਚ ਵਕਾਲਤ ਕਰਦਾ। ਜਦੋਂ ਦੀਪ ਦੀ ਮੌਤ ਦੀ ਖਬਰ ਮੈਨੂੰ ਮਿਲੀ, ਅਸੀਂ ਉਸ ਤੋਂ ਬਾਅਦ 18 ਤਰੀਕ ਨੂੰ ਸਭ ਤੋਂ ਪਹਿਲਾਂ ਕੈਂਡਲ ਮਾਰਚ ਇੱਕ ਮੁਸਲਿਮ ਸੰਗਠਨ ਪੰਜਾਬ ਵੱਲੋਂ ਜਲੰਧਰ ਦੇ ਵਿੱਚ ਅਸੀਂ ਕੱਢਿਆ ਸੀਗਾ। ਮੈਂ ਉਸ ਦਿਨ ਮੀਡੀਆ ਦੇ ਵਿੱਚ ਜਿੰਨੇ ਵੀ ਤੱਥ ਆਏ ਸੀਗੇ ਸਾਹਮਣੇ, ਮੈਂ ਰੋਜ਼ ਰੂਟੀਨ 'ਚ ਪ੍ਰੈਕਟਿਸ ਕਰਦਾ ਹਾਂ। ਇਹ ਐਕਸੀਡੈਂਟਲ ਕੇਸ ਦੇ ਤੱਥ ਹੈ ਹੀ ਨਹੀਂ ਗੇ। ਇੰਡੀਅਨ ਐਵੀਡੈਂਸ ਐਕਟ ਜਿਹੜਾ ਸੈਕਸ਼ਨ 6 ਤੇ 7 ਕੀ ਕਹਿੰਦਾ ਆ ਕਿ ਰੈਲੀਵੈਂਸੀ ਆਫ ਫੈਕਟ, ਕੋਈ ਵੀ ਘਟਨਾ ਵਾਪਰੀ ਆ ਉਹਦੇ ਰਿਲੇਟਡ ਜਿੰਨੇ ਵੀ ਫੈਕਟ ਹੈਗੇ ਆ ਉਹਨੂੰ ਕਾਊਂਟ ਕਰਕੇ ਆਪਾਂ ਕੇਸ ਪ੍ਰੂਫ ਕਰਨਾ ਹੁੰਦਾ ਕੋਰਟ ਦੇ ਵਿੱਚ। ਉਹ ਜਿਹੜੇ ਐਕਸੀਡੈਂਟ ਨੂੰ ਜਿਹੜੇ ਵੀ ਫੈਕਟ ਹੈਗੇ ਆ, ਉਹ ਮੈਂ ਫੈਕਟ ਜੇ ਗਿਣਾਉਣ ਲੱਗੂਗਾ ਟਾਈਮ ਜ਼ਿਆਦਾ ਹੋ ਜੂ। ਉਹ ਫੈਕਟ ਜਿਹੜੇ ਹੈਗੇ ਆ ਉਹ ਕੇਸ ਨੂੰ ਸਪੋਰਟ ਹੀ ਨਹੀਂ ਕਰਦੇ, ਐਕਸੀਡੈਂਟ ਕੇਸ ਨੂੰ। ਇਸ ਕਰਕੇ ਮੈਂ ਸੰਗਠਨ ਵੱਲੋਂ ਇੱਕ ਅਸੀਂ ਮੰਗ ਕੀਤੀ ਹੈ, ਡੀਜੀਪੀ ਨੂੰ ਵੀ ਅਸੀਂ ਲੈਟਰ ਲਿਖੀ ਹੈ, ਹੋਮ ਸੈਕਟਰੀ ਨੂੰ ਅਸੀਂ ਲੈਟਰ ਲਿਖੀ ਹੈ। ਅਸੀਂ ਕਿਹਾ ਕਿ ਜਿਹੜੀ ਘਟਨਾ ਵਾਪਰੀ ਆ ਉਹ ਹਰਿਆਣੇ 'ਚ ਵਾਪਰੀ ਹੈ। ਹਰਿਆਣੇ 'ਚ ਬੀਜੇਪੀ ਗਵਰਨਮੈਂਟ ਹੈ, ਦਿੱਲੀ 'ਚ ਬੀਜੇਪੀ ਗਵਰਨਮੈਂਟ ਹੈ। ਉਹ ਗਵਰਨਮੈਂਟ ਹੈ ਜਿਹਨੇ ਦੀਪ ਨੂੰ 26 ਜਨਵਰੀ ਦੇ ਇਨਸੀਡੈਂਟ ਦੇ ਵਿੱਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ, ਦੀਪ ਨੂੰ ਜੇਲ੍ਹ ਦੇ ਪਿੱਛੇ ਧੱਕਿਆ ਸੀਗਾ। ਉਹ ਸੋਚ ਹੈ, ਉਹ ਸੋਚ ਸਾਨੂੰ ਇਨਸਾਫ ਨਹੀਂ ਦੇ ਸਕਦੀ। ਅਸੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ, ਪੰਜਾਬ ਦੇ ਸਿਸਟਮ ਤੋਂ ਮੰਗ ਕੀਤੀ ਹੈ, ਤੁਸੀਂ ਇੱਕ SIT ਗਠਿਤ ਕਰੋ, ਇੱਕ SIT ਬਣਾਓ ਜਿਹਦੇ ਵਿੱਚ ਪੰਜਾਬ ਦੇ ਅਫਸਰ, IPS ਅਫਸਰ ਹੋਣ, ਉਹ ਨਿਰਪੱਖ ਜਾਂਚ ਕਰਨ। ਕਿਉਂਕਿ ਇਹ ਲੱਖਾਂ ਲੋਕ ਅੱਜ ਦੀਪ ਦੀ ਮੌਤ ਦੀ ਸੱਚਾਈ ਜਾਣਨਾ ਚਾਹੁੰਦੇ ਆ, ਹੋਰ ਕੁਝ ਨਹੀਂ ਇਹਨਾਂ ਦੇ ਦਿਲਾਂ ਦੇ ਵਿੱਚ, ਸਾਡੇ ਆਪਣੇ ਦਿਲ ਦੇ ਵਿੱਚ ਹੈ। ਆਖਿਰ ਉਹਨਾਂ ਵਾਪਰਿਆ ਕੀ ਹੈ? ਉਹਦੀ ਬੋਡੀ ਤੇ ਕੋਈ ਇੰਜਰੀ ਹੈਗੀ? ਨਹੀਂ ਹੈਗੀ। ਉਹਦੀ ਬੋਡੀ ਤੇ ਕੋਈ ਇੰਜਰੀ ਨਹੀਂ ਹੈਗੀ। ਜੇ ਗੱਡੀ ਜਿਸ ਹਿਸਾਬ ਨਾਲ ਡੈਮੇਜ ਹੋਈ ਆ, ਤੁਹਾਨੂੰ ਲੱਗਦਾ ਕਿ ਇੰਜਰੀ ਨਹੀਂ ਹੋਣੀ ਚਾਹੀਦੀ? ਇੰਜਰੀ ਹੋਣੀ ਚਾਹੀਦੀ ਸੀ, ਨਹੀਂ ਹੈਗੀ ਇੰਜਰੀ। ਇਹ ਕੀ ਹੈ, ਕੀ ਸਾਬਤ ਹੁੰਦਾ ਇਹਦੇ ਨਾਲ? ਤਾਂ ਲੱਗਦਾ ਕਿ ਜਿਹੜੀ ਜੇ ਨਹੀਂ ਸਰਕਾਰ SIT ਗਠਨ ਕਰਦੀ, ਜਾਂ ਤੁਸੀਂ ਕਿਹਾ ਹਰਿਆਣੇ 'ਚ ਬੀਜੇਪੀ ਸਰਕਾਰ ਹੈ, ਦਿੱਲੀ ਬੀਜੇਪੀ ਸਰਕਾਰ, ਤੁਹਾਡੇ ਸੰਗਠਨ ਵੱਲੋਂ ਹਾਈ ਕੋਰਟ ਦੇ ਵਿੱਚ ਦਰਵਾਜ਼ਾ ਖੜਕਾਇਆ ਜਾਂਦਾ ਕਿ ਇਹਦੀ ਜਿਹੜੀ ਇਨਵੈਸਟੀਗੇਸ਼ਨ ਉਹ CBI ਦੇ ਹੈਂਡਓਵਰ ਕੀਤੀ ਜਾਵੇ? ਮੈਂ ਬਿਲਕੁਲ, ਮੈਂ CBI ਦਾ ਸਵਾਲ ਮੈਨੂੰ ਇੱਕ ਹੋਰ ਮੈਂ ਆਪਣੇ ਮਿੱਤਰ ਨੇ ਕੀਤਾ ਜਦੋਂ ਅਸੀਂ ਕੈਂਡਲ ਮਾਰਚ ਕੱਢਿਆ। ਤੁਸੀਂ ਸਾਰੇ ਜਾਣਦੇ ਹੋ, ਸਾਰੇ ਮੀਡੀਆ ਦੇ ਭਰਾ ਜਾਣਦੇ ਆ, ਮੈਂ ਪੰਜਾਬ ਦੀ ਮੀਡੀਆ ਦੀ ਗੱਲ ਨਹੀਂ ਕਰਦਾ। ਪੰਜਾਬ ਦਾ ਮੀਡੀਆ ਵੈਰੀ ਓਨੈਸਟਲੀ ਕਿਸਾਨ ਮੂਵਮੈਂਟ ਦੇ ਵਿੱਚ ਪੰਜਾਬੀਆਂ ਨਾਲ ਖੜਿਆ ਤੇ ਆਪਾਂ ਮੋਰਚਾ ਫਤਿਹ ਕੀਤਾ। ਪਰ ਮੈਂ ਇਹ ਗੱਲ ਇੱਥੇ ਕਹਿਣਾ ਕਿ ਜਦੋਂ ਦੀ 2014 ਦੇ ਵਿੱਚ ਸੈਂਟਰ ਦੇ ਵਿੱਚ ਬੀਜੇਪੀ ਗਵਰਨਮੈਂਟ ਆਈ ਹੈ, ਜਿੰਨੇ ਵੀ ਗਵਰਨਮੈਂਟ ਇੰਸਟੀਟਿਊਸ਼ਨ ਆ, ਚਾਹੇ CBI ਆ, ਚਾਹੇ ED ਆ, ਚਾਹੇ ਹੋਰ ਰਾਹ ਹੈ, ਜਿੰਨੀ ਵੀ ਇੰਸਟੀਟਿਊਸ਼ਨ ਹੈਗੇ ਸਰਕਾਰ ਦੇ ਸੈਂਟਰ ਦੇ ਜਿਹੜੇ ਰਿਲੇਟ ਹੈ, ਉਹ ਸਾਰੇ ਦੇ ਸਾਰੇ ਹਾਈਜੈਕ ਕੀਤੇ ਹੋਏ। ਸਾਨੂੰ ਨਹੀਂ ਲੱਗਦਾ ਕਿ ਜਿਹੜੀ CBI ਹੈ ਸਾਨੂੰ ਫੇਰ ਇਨਕੁਆਇਰੀ ਦੇ ਸਕਦੀ। ਮੈਂ ਇਸੇ ਕਰਕੇ ਕਹਿੰਦਾ ਕਿ ਜਿਹੜੇ ਪੰਜਾਬ ਪ੍ਰਸਤ IPS ਅਫਸਰ ਆ, ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ IPS ਅਫਸਰ, ਉਹਨਾਂ ਦੀ SIT ਗਠਿਤ ਹੋਣੀ ਚਾਹੀਦੀ ਆ। ਕਿਉਂਕਿ ਜਿਹੜਾ ਦੀਪ ਹੈ ਉਹ ਹਰਿਆਣੇ ਦਾ ਪੁੱਤ ਨਹੀਂ ਸੀ, ਉਹ ਕਿਸੇ ਦਿੱਲੀ ਦੀ ਹਕੂਮਤ ਦਾ ਪੁੱਤ ਨਹੀਂ ਸੀ, ਉਹ ਪੰਜਾਬ ਦਾ ਪੁੱਤ ਸੀ। ਪੰਜਾਬੀਆਂ ਨੂੰ ਅੱਗੇ ਵਧ ਕੇ ਆਉਣਾ ਪਏਗਾ, ਕਿਉਂਕਿ ਜੇ ਆਪਾਂ ਚਾਹੁੰਦੇ ਹਾਂ ਕਿ ਸੱਚਾਈ ਉਹਦੇ ਨਿਕਲ ਕੇ ਆਵੇ। ਹੋ ਸਕਦਾ ਸਾਨੂੰ, ਜਿੱਦਾਂ ਤੁਸੀਂ ਹਾਈ ਕੋਰਟ ਦੇ ਵਿੱਚ ਗੱਲ ਕੀਤੀ, ਮੈਂ ਵਕੀਲ ਹਾਂ, ਹਾਈ ਕੋਰਟ ਦੇ ਵਿੱਚ ਵੀ ਜਾਣਾ ਪਏਗਾ, ਇਨਸ਼ਾਅੱਲਾ ਜਾਵਾਂਗੇ। ਪਰ
ਉਸ ਤੋਂ ਪਹਿਲਾਂ, ਕਿਉਂਕਿ ਇਹ ਜਿਹੜੀਆਂ ਗੂੰਗੀਆਂ ਬਹਿਰੀਆਂ ਸਰਕਾਰਾਂ ਆ ਇਹ ਸੁਣਦੀਆਂ ਨਹੀਂ ਛੇਤੀ, ਉਸ ਤੋਂ ਪਹਿਲਾਂ ਹੋ ਸਕਦਾ ਸਾਨੂੰ ਸੜਕਾਂ। ਪੱਖ ਤੌਰ ਤੇ ਪੰਜਾਬ ਦੀ ਐਸਆਈਟੀ ਦੂਜੇ ਸਟੇਟ ਜਾ ਕੇ ਜਾਂਚ ਕਰ ਸਕਦੀ। ਮੈਂ ਕਹਿੰਦਾ ਜੇ ਸਰਕਾਰ ਇੰਟਰਫੇਰੈਂਸ ਕਰੇ ਕੀ ਨਹੀਂ ਹੁੰਦਾ, ਸਭ ਕੁਝ ਹੁੰਦਾ ਹੈ। ਸਰਕਾਰ ਲਿਖ ਕੇ ਦੇਵੇ, ਸੈਂਟਰ ਗਵਰਨਮੈਂਟ ਨੂੰ ਲਿਖ ਕੇ ਦੇਵੇ ਵੀ 1-2 ਅਫਸਰ ਉਹਨਾਂ ਦਾ ਹੋਵੇ, 2-3 ਅਫਸਰ ਸਾਡੇ ਮਿਲਾ ਕੇ ਇੱਕ ਜੁਆਇੰਟ ਜਿਹੜੀ ਐਸਆਈਟੀ ਉਹ ਤਾਂ ਗਠਿਤ ਹੋ ਸਕਦੀ ਨਾ ਲੀਗਲੀ। ਜੁਆਇੰਟ ਐਸਆਈਟੀ ਗਠਿਤ ਹੋਣੀ ਚਾਹੀਦੀ ਹੈ। ਜੁਆਇੰਟ ਐਸਆਈਟੀ ਗਠਿਤ ਹੋਵੇ, ਜਿਹੜਾ ਸੱਚ ਹੈ ਉਹ ਸਾਹਮਣੇ ਆਵੇ। ਜੀ ਇੱਕ ਹੋਰ, ਦੀਪ ਨੇ ਬਹੁਤ ਸਾਰੇ ਮਿਹਣੇ ਸੁਣੇ, ਗਦਾਰ ਕਿਹਾ ਗਿਆ, ਉੱਲੂ ਨੂੰ ਲੁਕਣਾ ਪਿਆ, ਉਹਨੂੰ ਜੇਲ੍ਹ 'ਚ ਜਾਣਾ ਪਿਆ ਗਿਆ। ਅੱਜ ਉਹੀ ਲੋਕ ਇੱਥੇ ਪਹੁੰਚੇ ਹੈਗੇ ਨੇ ਜੀ, ਕੀ ਸਮਝਿਆ ਜਾਵੇ ਜੀ? ਮੈਂ ਜਿਹੜੇ ਲੋਕ ਗਦਾਰ ਕਹਿੰਦੇ ਸੀ ਨਾ, ਆਹ ਇਕੱਠ ਜਿਹੜਾ ਨਾ, ਮੈਂ ਪਹਿਲਾਂ ਵੀ ਕਿਹਾ ਮੇਰਾ ਆਪਣੀ ਮੀਰਾ, ਇਹ ਇਕੱਠ ਜਿਹੜਾ ਉਹਨਾਂ ਲੋਕਾਂ ਦੇ ਮੂੰਹ ਤੇ ਇੱਕ ਬਹੁਤ ਵੱਡੀ ਚਪੇੜ ਹੈ ਜਿਹੜੇ ਦੀਪ ਨੂੰ ਗਦਾਰ ਕਹਿੰਦੇ ਸੀ। ਮੈਂ ਦੀਪ ਨੂੰ ਸ਼ੰਭੂ ਬਾਰਡਰ ਤੇ ਮਿਲਿਆ ਸੀਗਾ ਪਹਿਲੀ ਵਾਰੀ, ਸਾਡਾ ਸੰਗਠਨ ਗਿਆ ਸੀਗਾ ਕਿਸਾਨ ਮੋਰਚੇ ਨੂੰ ਸਪੋਰਟ ਕਰਨ ਵਾਸਤੇ, ਮੈਂ ਉੱਥੇ ਬੈਠਾ ਰਿਹਾ ਸ਼ੰਭੂ ਮੋਰਚੇ ਤੇ। ਦੀਪ ਨੂੰ ਜਿਹੜਾ ਇੱਕ ਵਾਰੀ ਮਿਲ ਕੇ ਤੇ ਦੇਖਦਾ ਸੀ ਕੋਈ ਬੰਦਾ, ਉਹਦੇ ਵਿਚਾਰ ਸੁਣ ਕੇ ਉਹ ਉਹਦਾ ਆਪਣਾ ਹੋ ਜਾਂਦਾ ਸੀਗਾ। ਮੇਰੇ ਦੀਪ ਨਾਲ ਕੋਈ ਖੂਨ ਦਾ ਬਲੱਡ ਦਾ ਰਿਸ਼ਤਾ ਨਹੀਂ ਹੈ, ਪਰ ਅੱਜ ਦੀ ਡੇਟ 'ਚ ਦੀਪ ਮੈਨੂੰ ਇਦਾਂ ਲੱਗਦਾ ਕਿ ਮੇਰਾ ਸਖਾ ਭਰਾ ਮੇਰੇ ਤੋਂ ਵਿਛੜ ਗਿਆ। ਅੱਜ ਇੰਨਾ ਇਕੱਠ ਜਿਹੜਾ ਇਕੱਠਾ ਇੱਥੇ ਹੋਇਆ ਵਾ, ਇਹ ਕੀ ਦੀਪ ਦੇ ਸਕੇ ਰਿਸ਼ਤੇਦਾਰ ਥੋੜ੍ਹੀ ਸਾਰੇ, ਇਹ ਕਨੈਕਟ ਹੈ ਲੋਕਾਂ ਦਾ ਦੀਪ ਨਾਲ, ਜਿਹੜਾ ਕਨੈਕਟ ਹੈ ਉਹ ਖਿੱਚ ਕੇ ਲੈ ਕੇ ਆਇਆ ਲੋਕਾਂ ਨੂੰ ਇੱਥੇ। ਕਿੰਨੀ ਕੁ ਵਾਰ ਦੀਪ ਨੂੰ ਮਿਲੇ ਨਿੱਜੀ ਤੌਰ ਤੇ? ਮੈਂ ਨਿੱਜੀ ਤੌਰ ਤੇ ਦੀਪ ਨੂੰ ਜਿਹੜਾ ਸ਼ੰਭੂ ਮੋਰਚਾ ਲੱਗਾ ਉਦੋਂ ਤਾਂ 2-4 ਵਾਰੀ ਮਿਲਿਆ ਸੀਗਾ। ਦਿੱਲੀ ਵਾਰੀ ਮੇਰੀ ਜਦੋਂ ਦਿੱਲੀ ਦੀਪ ਨੇ ਮੈਨੂੰ ਕਿਹਾ ਸੀਗਾ ਕਿ ਦਿੱਲੀ ਦੇ ਵਿੱਚ ਜਦੋਂ ਸਿੰਘੂ ਬਾਰਡਰ ਤੇ ਆਉਣਾ ਆ, ਅਸੀਂ ਉਦੋਂ 2 ਬੱਸਾਂ ਭਰ ਕੇ ਲਗਾਈ ਸੀਗੇ ਇੱਥੋਂ ਜਲੰਧਰੋਂ। ਉਦੋਂ ਮੇਰੀ ਇੱਕ ਮੁਲਾਕਾਤ ਉੱਥੇ ਹੋਈ ਸੀਗੀ ਸਿੰਘੂ, ਲਾਸਟ ਮੁਲਾਕਾਤ ਜਿਹੜੀ ਹੋਈ ਸਿੰਘੂ ਬਾਰਡਰ ਤੇ ਹੋਈ ਹੈ। ਉਸ ਤੋਂ ਬਾਅਦ ਉਹ 26 ਜਨਵਰੀ ਵਾਲਾ ਇਨਸੀਡੈਂਟ ਹੋ ਗਿਆ ਸੀ, ਉਸ ਤੋਂ ਬਾਅਦ ਜਦੋਂ ਬਾਹਰ ਆਇਆ 1 ਜਾਂ 2 ਵਾਰੀ ਮੇਰੀ ਫੋਨ ਤੇ ਉਹਨਾਂ ਮੁਲਾਕਾਤ ਹੋਈ ਸੀ। ਜਿਸ ਤਰ੍ਹਾਂ ਦੇਸ਼ ਦੇ ਅੰਦਰ ਮਾਹੌਲ ਸਿਰਜਿਆ ਜਾ ਰਿਹਾ ਹੈਗਾ, ਔਰ ਜਿਸ ਤਰ੍ਹਾਂ ਦੀਪ ਨੂੰ ਇੱਕ ਫਿਰਕੇ ਦੇ ਨਾਲ ਦੇਖਿਆ ਜਾ ਰਿਹਾ, ਤੁਸੀਂ ਦੂਜੇ ਫਿਰਕੇ ਦੇ ਨਾਲ ਸੰਬੰਧ ਰੱਖਦੇ, ਲੇਕਿਨ ਤੁਸੀਂ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰਦੇ, ਇਹਨਾਂ ਹਾਲਾਤਾਂ ਦੇ ਵਿੱਚ ਤੁਹਾਨੂੰ ਲੱਗਦਾ ਹੈਗਾ ਕਿ ਸਿਸਟਮ ਸਹੀ ਚੱਲ ਰਿਹਾ ਹੈਗਾ? ਦੀਪ, ਮੈਂ ਪਹਿਲਾਂ ਇੱਕ ਗੱਲ ਕਲੀਅਰ ਕਰ ਦਵਾਂ, ਦੀਪ ਕਿਸੇ ਪਾਰਟਿਕੂਲਰ ਧਰਮ ਦਾ ਬੰਦਾ ਨਹੀਂ ਸੀ, ਦੀਪ ਕਿਸੇ ਇੱਕ ਕੈਟਾਗਰੀ ਦਾ ਬੰਦਾ ਨਹੀਂ ਸੀ। ਦੀਪ ਸਮਾਜ ਸੇਵੀ ਸੀ, ਉਹ ਸਮਾਜ ਦਾ ਬੰਦਾ ਸੀ। ਮੈਂ ਜਿੱਦਾਂ ਪਹਿਲਾਂ ਕਿਹਾ ਕਿ ਜਿੱਦਾਂ ਅਸੀਂ ਹੁਣ ਵੋਟਾਂ ਪਾਉਂਦੇ ਹਾਂ, ਸਰਕਾਰਾਂ ਚੁਣਦੇ ਹਾਂ, ਸਾਡੇ ਆਪ ਦੇ ਕਮਿਊਨਿਟੀ ਦੇ ਵੀ ਬਹੁਤ ਸਾਰੇ ਐਮਐਲਏ ਐਮਪੀ ਹੈਗੇ ਆ, ਪਰ ਕਿਸੇ ਐਮਐਲਏ ਐਮਪੀ ਨੇ ਸਾਡੀ ਜਦੋਂ ਮੁਸਕਾਨ ਕਰਨਾਟਕ ਦੇ ਵਿੱਚ ਸਾਡੀ ਭੈਣ ਤੇ ਹਮਲਾ ਕੀਤਾ, ਜਿਹੜੇ ਉਹ ਕੱਟੜਵਾਦੀ ਸੋਚ ਨੇ, ਜਿਹਨੇ ਸਾਡੇ ਭੈਣ ਦੀ ਇੱਜ਼ਤ ਲਾਣੀ ਚਾਹੀ, ਉਦੋਂ ਸਿਰਫ ਇੱਕੋ ਇੱਕ ਆਵਾਜ਼ ਬੁਲੰਦ ਕਰਨ ਵਾਲਾ ਸ਼ਖਸ ਸੀਗਾ, ਉਹ ਸੀਗਾ ਦੀਪ। ਦੀਪ ਦੀ ਸਟੇਟਮੈਂਟ ਸਭ ਤੋਂ ਪਹਿਲਾਂ ਆਈ ਸੀਗੀ ਕਿ ਖੜੇ ਹੋ ਜਾਓ, ਸੁਧਰ ਜਾਓ, ਜਬਰ ਜ਼ੁਲਮ ਦੇ ਖਿਲਾਫ ਲੜਨਾ ਸਿੱਖੋ, ਜਬਰ ਜ਼ੁਲਮ ਦੇ ਖਿਲਾਫ ਤੁਸੀਂ ਨਹੀਂ ਲੜੋਗੇ ਤੇ ਫਿਰ ਤੁਹਾਨੂੰ ਹੋਰ ਜਬਰ ਜ਼ੁਲਮ ਸਹਿਣਾ ਪਏਗਾ। ਉਹਨੇ ਇਹ ਗੱਲ ਕਹੀ ਸੀਗੀ ਕਿ ਅੱਜ ਇਹ ਕਿਸੇ ਸਾਡੀ ਧੀ ਦੀ ਜਿਹੜੀ ਹੈਗੀ ਆ ਹਿਜਾਬ ਨੂੰ ਪਏ ਆ, ਕੱਲ ਸਾਡੀ ਮਾਤਾਵਾਂ ਸਾਡੀ ਭੈਣਾਂ ਦੀ ਚੁੰਨੀਆਂ ਨੂੰ ਪੈਣਗੇ ਲੋਕ, ਇਹ ਫਿਰ ਸਾਡੀ ਪੱਗਾਂ ਤੱਕ ਪਹੁੰਚਣਗੇ। ਉਹਨੇ ਇਹ ਆਵਾਜ਼ ਚੁੱਕੀ ਸੀਗੀ। ਇਹ ਦੀਪ ਦਾ ਕਨੈਕਟ ਸਾਡੀ ਕੈਟਾਗਰੀ ਨਾਲ ਆ। ਹਰ ਇੱਕ ਮੁਸਲਮਾਨ ਸਮਾਜ, ਤੁਸੀਂ ਸ਼ਾਇਦ ਖਬਰ ਦੇਖਿਆ ਹੋਣਾ ਮੀਡੀਆ ਦੇ ਰਾਹੀਂ, ਜਲੰਧਰ ਦੇ ਵਿੱਚ ਮੁਸਲਮਾਨਾਂ ਦਾ ਬਹੁਤ ਵੱਡਾ ਇਕੱਠ ਹੋਇਆ ਸੀਗਾ। ਅਸੀਂ ਰਾਤ ਨੂੰ ਜਦੋਂ ਕੈਂਡਲ ਮਾਰਚ ਕੱਢਿਆ, ਉਹ ਦੀਪ ਦੇ ਕੋਈ ਰਿਸ਼ਤੇਦਾਰ ਥੋੜ੍ਹੇ ਸੀ, ਦੀਪ ਨਾਲ ਕਨੈਕਟ ਸੀ। ਤੁਸੀਂ ਹਿਜਾਬ ਦੀ ਗੱਲ ਕੀਤੀ, ਔਰ ਜਿਸ ਤਰ੍ਹਾਂ ਦੀਪ ਕਹਿੰਦਾ ਕਿ ਅੱਜ ਹਿਜਾਬ ਦੀ, ਕੱਲ ਚੁੰਨੀਆਂ ਦੀ, ਪਰਸੋਂ ਪੱਗ ਦੀ ਵਾਰੀ ਹੈਗੀ, ਤਾਂ ਲੱਗਦਾ ਦੇਸ਼ ਦੇ ਅੰਦਰ ਜਿੱਦਾਂ ਦਾ ਮਾਹੌਲ ਸਿਰਜਿਆ, ਉਸ ਮਾਹੌਲ ਦੇ ਖਿਲਾਫ ਬਹੁਤ ਘੱਟ ਆਵਾਜ਼ਾਂ ਉੱਠ ਰਹੀਆਂ ਨੇ। ਇਹ ਸਾਡੇ ਜਿਹੜਾ ਨਾ ਬੈਡ ਲੱਕ ਆ। ਰਿਊਟਰਸ ਦੀ ਇੱਕ ਰਿਪੋਰਟ ਆ, ਮੌਬ ਲਿੰਚਿੰਗ ਦੀ 128 ਘਟਨਾਵਾਂ ਹੋਈਆਂ ਜਦੋਂ 2014 ਤੋਂ ਬਾਅਦ ਹੁਕੂਮਤ ਬਣੀ ਹੈ ਬੀਜੇਪੀ ਦੀ। ਉਹਦੇ ਵਿੱਚ 28 ਡੈਥਸ ਹੋਈਆਂ, ਕਾਜ਼ ਹੋਈਆਂ, ਜਿਹਦੇ ਵਿੱਚੋਂ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਸ ਕੈਟਾਗਰੀ ਨਾਲ ਮੈਂ ਬਿਲੋਂਗ ਕਰਦਾ ਹਾਂ, ਉਹਦੇ 28 ਬੰਦੇ ਜਿਹੜੇ ਮਰੇ, ਉਹਨਾਂ ਦੇ ਵਿੱਚੋਂ 24 ਮੁਸਲਮਾਨ ਸੀ। ਮੈਂ ਖਾਸ ਕਰ ਆਪਣੀ ਕੌਮ ਨੂੰ ਕਹਿਣਾ, ਜੇ ਹੁਣ ਨਾ ਜਾਗੇ ਤਾਂ ਤੁਹਾਨੂੰ ਬਹੁਤ ਕੁਝ ਦੇਖਣਾ ਪਏਗਾ। ਜੇ ਹਿੰਦੁਸਤਾਨ ਨੂੰ ਬਚਾਉਣਾ ਹੈ, ਪੰਜਾਬ ਨੂੰ ਬਚਾਉਣਾ, ਸਾਨੂੰ ਜਾਗਣਾ ਪਏਗਾ। ਇਹ ਦੀਪ ਨਾਲ ਜਿਹੜਾ ਭਾਣਾ ਵਾਪਰਿਆ, ਇਹ ਕਿਉਂ ਵਾਪਰਿਆ ਹੈ? ਹਜ਼ਾਰਾਂ ਸਾਲ ਬਾਅਦ ਇੱਕ ਜਾਗਦੀ ਹੋਈ ਜ਼ਮੀਰ ਜਿਹੜਾ ਪੈਦਾ ਦੁਨੀਆ ਦੇ ਵਿੱਚ ਰੱਬ ਪਰਮਾਤਮਾ ਭੇਜਦਾ ਆ ਦੀਪ ਦੇ ਰੂਪ ਦੇ ਵਿੱਚ, ਇਹ ਜਾਗੀ ਹੋਈ ਜ਼ਮੀਰ ਸੀ। ਤਾਂ ਜਿਹੜੇ ਹੁਕਮਰਾਨ ਜਿਹੜੇ ਉਹ ਡਰ ਗਏ ਇਸ ਆਵਾਜ਼ ਤੋਂ। ਸਾਨੂੰ ਦੀਪ ਦੀ ਆਵਾਜ਼ ਬਣਨਾ ਪਏਗਾ, ਸਾਨੂੰ ਲੜਨਾ ਪਏਗਾ ਜਬਰ ਜ਼ੁਲਮ ਦੇ ਖਿਲਾਫ। ਲੱਗਦਾ ਮਿਨੋਰਟੀ ਦਾ ਅਗਰ ਸਵਾਲ ਕਰਦੇ ਹੈਗੇ ਤਾਂ ਮਿਨੋਰਟੀ ਤੋਂ ਸਭ ਤੋਂ ਪਹਿਲਾਂ ਮੁਸਲਿਮ ਭਾਈਚਾਰਾ, ਜਿਹਦੀ ਬਹੁਤ ਸਾਰੀ ਆਬਾਦੀ ਹੈਗੀ, ਫਿਰ ਈਸਾਈ ਭਾਈਚਾਰਾ, ਫਿਰ ਸਿੱਖ ਭਾਈਚਾਰਾ ਹੈਗਾ। ਜਿਹੜੀਆਂ ਆਵਾਜ਼ਾਂ ਸਿੱਖ ਭਾਈਚਾਰੇ 'ਚੋਂ ਉੱਠਦੀਆਂ ਨੇ, ਬੁਲੰਦ ਹੁੰਦੀਆਂ, ਉਹ ਤੁਹਾਡੇ ਫਿਰਕੇ 'ਚੋਂ ਘੱਟ ਉੱਠਦੀ। ਕਸ਼ਮੀਰ 'ਚ ਵੀ ਅੱਜ ਸਟੇਟਮੈਂਟ ਚੱਲ ਰਹੀ ਹੈਗੀ ਕਿ ਹਿਜਾਬ ਆ, ਪੱਗ ਸੰਭਾਲ ਲਓ, ਤੁਸੀਂ ਤੁਹਾਡੀ ਵਾਰੀ ਵੀ ਆ ਸਕਦੀ ਹੈਗੀ। ਮੈਂ ਤੁਹਾਨੂੰ ਦੱਸਦਾ ਇਹ ਹੁਕੂਮਤਾਂ ਮਾਰਦੀਆਂ ਕਿੱਦਾਂ। ਮੈਂ ਲਾਅ ਦਾ ਸਟੂਡੈਂਟ ਆ, ਤੁਹਾਨੂੰ ਪਤਾ ਹੋਵੇਗਾ ਕਿ UAPA ਐਕਟ ਹੈ, ਇਹ ਪਾਰਟੀਕੂਲਰ ਸਿਰਫ ਸਿੱਖਾਂ ਤੇ ਮੁਸਲਮਾਨਾਂ ਲਈ ਬਣਾਇਆ ਗਿਆ ਹੈ। ਪਰ ਸਾਡਾ ਬੈਡ ਲੱਕ ਆ, ਜਿਹੜੇ ਬੰਦੇ ਅਸੀਂ ਜਿਤਾ ਕੇ ਪਾਰਲੀਮੈਂਟ 'ਚ ਭੇਜਦੇ ਆ, ਉਹ ਬੋਲਦੇ ਨਹੀਂ ਉੱਥੇ ਜਾ ਕੇ, ਉਹ ਵਿਰੋਧ ਨਹੀਂ ਕਰਦੇ ਇਦਾਂ ਦੇ ਕਾਲੇ ਕਾਨੂੰਨਾਂ ਦਾ। ਆਪਾਂ ਜਿਹੜੇ 3 ਐਗਰੀਕਲਚਰ ਬਿੱਲ ਆਏ ਸੀਗੇ, ਇਹਨਾਂ ਦਾ ਵਿਰੋਧ ਕੀਤਾ, ਵਾਪਸ ਹੋਏ ਨਾ।
UAPA ਦੇ ਵਿੱਚ ਮੈਨੂੰ ਕਹਿੰਦਾ ਤੁਸੀਂ ਡਾਟਾ ਕਢਾ ਲਓ ਸਰਕਾਰ ਕੋਲੋਂ RTI ਪਾ ਕੇ। UAPA ਦੇ ਜਿੰਨੇ ਮੁਕੱਦਮੇ ਦਰਜ ਹੋਏ ਹੋਣੇ, ਮੈਂ ਕਹਿੰਦਾ 1% ਵੀ ਮੁਕੱਦਮਾ ਦੂਜੇ ਕਿਸੇ ਹੋਰ ਬੰਦੇ ਤੇ ਨਹੀਂ ਆ, ਸਿਰਫ ਸਿੱਖਾਂ ਤੇ ਮੁਸਲਮਾਨਾਂ ਦੇ ਪਰਚੇ ਆ। ਉਹ ਕਿਉਂ? ਉਹ ਪਾਰਟਿਕੂਲਰ ਸਾਨੂੰ ਡਰਾਉਣ ਵਾਸਤੇ, ਸਾਨੂੰ ਦੱਬਣ ਵਾਸਤੇ ਐਕਟ ਬਣਾਇਆ ਗਿਆ। ਸਾਨੂੰ ਇਹੋ ਜਿਹੇ ਕਾਨੂੰਨਾਂ ਦੇ ਖਿਲਾਫ ਲੜਨਾ ਪਏਗਾ, ਇਕਜੁੱਟ ਹੋਣਾ ਪਏਗਾ। ਅਸੀਂ ਕੀ ਗੱਲ ਕਰਦੇ ਹਾਂ? ਅਸੀਂ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੇ, ਅਸੀਂ ਇਨਸਾਨੀਅਤ ਦੀ ਗੱਲ ਕਰਦੇ, ਅਸੀਂ ਭਾਈਚਾਰਕ ਸਾਂਝ ਦੀ ਗੱਲ ਕਰਦੇ। ਇਹ 'ਚ ਮਾੜਾ ਕੀ ਹੈ? ਮਾੜਾ ਤਾਂ ਕੁਝ ਵੀ ਨਹੀਂ ਹੈ। ਇਹ ਜਿਹੜੀ ਤਾਕਤਾਂ ਹੈ, ਜਿਹੜੀ ਸੱਤਾ ਦੇ ਵਿੱਚ ਰਹਿਣਾ ਚਾਹੁੰਦੀਆਂ, ਜਿਹਦਾ BJP ਸਰਕਾਰ ਹੈ, ਇਹ ਲੋਕਾਂ ਨੂੰ ਤੋੜ ਕੇ ਰਾਜ ਕਰਦੀ ਆ। ਤਾਂ ਲੱਗਦਾ ਕਿ ਧਰਮ ਨਾਲੋਂ ਉੱਪਰ ਇਨਸਾਨੀਅਤ ਹੁੰਦੀ ਹੈ। ਇਨਸਾਨੀਅਤ ਵੀ ਖਤਰੇ 'ਚ ਹੈ। ਇਨਸਾਨੀਅਤ ਹੀ ਤਾਂ ਖਤਰੇ 'ਚ ਹੈ। ਅੱਜ ਦੀਪ ਨਾਲ ਜਿਹੜਾ ਭਾਣਾ ਵਾਪਰਿਆ, ਇਹ ਇਨਸਾਨੀਅਤ ਹੀ ਖਤਰੇ 'ਚ ਹੈ। ਇਹ ਮੈਸੇਜ ਦੇ ਰਿਹਾ ਸਾਨੂੰ ਕਿ ਇਕੱਠੇ ਹੋ ਜਾਓ, ਇਕੱਠੇ ਹੋ ਕੇ ਇਹਨਾਂ ਤਾਕਤਾਂ ਦੇ ਖਿਲਾਫ ਲੜ ਲਓ, ਨਹੀਂ ਤਾਂ ਇਨਸਾਨੀਅਤ ਵੀ ਖਤਰੇ 'ਚ ਹੈ। ਤੁਸੀਂ ਬੋਲਦੇ ਜਜ਼ਬਾਤੀ ਬਹੁਤ ਹੋ ਗਏ ਸੀ। ਤੁਹਾਨੂੰ ਲੱਗਦਾ ਕਿ ਦੀਪ, ਤੁਸੀਂ ਕਿਹਾ ਕਿ ਚਾਹੇ ਮੇਰਾ ਸਕਾ ਭਰਾ ਨਹੀਂ ਹੈ, ਮੇਰਾ ਖੂਨ ਦਾ ਕੋਈ ਰਿਸ਼ਤਾ ਨਹੀਂ ਹੈਗਾ। ਦੀਪ ਨਾਲ ਮੇਰਾ ਕਨੈਕਟ ਬਹੁਤ ਸੀਗਾ। ਦੀਪ ਨਾਲ ਬਹੁਤ ਮੇਰਾ ਕਨੈਕਟ ਸੀਗਾ। ਮੈਂ ਜਦੋਂ ਸ਼ੰਭੂ ਬੈਠਾ ਸੀ, ਮੇਰੇ ਕੋਲ ਫੋਟੋ ਹੈਗੀ, ਮੈਂ ਉਹ ਫੋਟੋ ਦੇਖ ਕੇ 20 ਵਾਰੀ ਰੋ ਚੁੱਕਾ ਹਾਂ। ਦੀਪ ਤਾਂ ਮੈਂ ਇਕੱਠੇ ਬੈਠੇ, ਦੀਪ ਉੱਠ ਕੇ ਆਇਆ, ਪਰਲੇ ਪਾਸੇ ਬੈਠਾ ਸੀਗਾ, ਉੱਠ ਕੇ ਮੈਂ ਇੱਦਾਂ ਬੈਠਾ ਹੋਇਆ ਸੀਗਾ। ਮੈਂ ਉਸ ਕੋਲ ਯੂਨੀਫਾਰਮ 'ਚ ਸੀ, ਕੋਰਟ ਤੋਂ ਗਿਆ ਸੀ ਮੈਂ, ਕਿਉਂਕਿ ਹਾਜ਼ਰੀ ਲਾਉਣ ਜਾਂਦਾ ਸੀ ਵਿੱਚ ਮੈਂ। ਦੀਪ ਉੱਠ ਕੇ ਆਇਆ, ਕਹਿੰਦਾ ਬਾਈ ਇੱਕ ਯਾਦਗਾਰ ਫੋਟੋ ਕਰਾ ਲਈ। ਅਸੀਂ ਦੋਨਾਂ ਨੇ ਸੈਲਫੀ ਕਰਾਈ ਉੱਥੇ ਫੋਟੋ। ਉਹ ਫੋਟੋ ਦੇਖ ਕੇ ਬੜਾ ਰੋਣਾ ਆਉਂਦਾ, ਬੜਾ ਇੱਦਾਂ ਲੱਗਦਾ ਕਿ ਆਪ ਦਾ ਭਰਾ ਵਿਛੜ ਗਿਆ ਆਪਣੇ ਕੋਲ। ਉਹ ਦੁੱਖ ਜਿਹੜਾ ਦਿਲੋਂ ਜਾਂਦਾ ਨਹੀਂ। ਜਿਸ ਦਿਨ ਦੀਪ ਨਾਲ ਹੋਇਆ, ਰਾਤ ਨੂੰ ਨੀਂਦ ਨਹੀਂ ਆਉਂਦੀ, ਸੋ ਨਹੀਂ ਹੁੰਦਾ। ਤੁਸੀਂ ਕਹਿ ਰਹੇ ਕਿ ਮੈਂ ਆਪਣੇ ਬੱਚਿਆਂ ਨੂੰ ਵੀ ਕਹਿ ਕੇ ਜਾਵਾਂਗਾ ਕਿ ਇਦਾਂ ਦੀ ਸੋਚ ਨੂੰ ਸਲਾਮ ਕਰਦੇ ਰਹੋ। ਅੱਲਾ, ਮੈਂ ਕਹਿ ਕੇ ਮਰੂੰਗਾ, ਵਸੀਅਤ ਕਰਕੇ ਮਰੂੰਗਾ ਬੱਚਿਆਂ ਨੂੰ ਕਿ ਜਿਹੜੀ ਦੀਪ ਵਰਗੀ ਸੋਚ ਆ, ਇਹ 'ਤੇ ਪੈਰਾ ਦੇਣਾ ਪੈਣਾ ਤੁਹਾਨੂੰ, ਜੇ ਤੁਸੀਂ ਆਪਣੇ ਆਪ ਨੂੰ ਬਚਾਉਣਾ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਧਾਰਮਿਕ ਤੌਰ ਤੇ ਜਿੰਨਾ ਕਿ ਮੈਂ ਪੜ੍ਹਿਆ, ਚਾਹੇ ਇਤਿਹਾਸਕਾਰਾਂ ਨੇ ਜੋ ਮਰਜ਼ੀ ਲਿਖਿਆ, ਪਰ ਇਸ ਪਗੜੀ ਦੀ ਤੇ ਇਸ ਟੋਪੀ ਦੀ ਬਹੁਤ ਪੁਰਾਣੀ ਸਾਂਝ ਹੈ ਗੁਰੂ ਸਾਹਿਬ ਨਾਲ। ਮੈਂ ਜਿਸ ਕੈਟਾਗਰੀ ਤੋਂ ਬਿਲੋਂਗ ਕਰਦਾ, ਮੈਂ ਪਠਾਨ ਆ, ਤੇ ਗੁਰੂ ਸਾਹਿਬ ਦੀ ਫੌਜ ਦੇ ਵਿੱਚ ਤੁਹਾਨੂੰ ਪਤਾ ਹੋਏਗਾ 700 ਪਠਾਨ ਸੀ। ਹਮੇਸ਼ਾ ਜ਼ਬਰ ਜ਼ੁਲਮ ਦੇ ਖਿਲਾਫ ਲੜੇ ਆ, ਲੜਾਂਗੇ ਇਨਸ਼ਾਅੱਲਾ ਤਾਲਾ। ਕੀ ਆ ਜ਼ਿੰਦਗੀ? ਕੀ ਹੈ ਜ਼ਿੰਦਗੀ? ਕੁਛ ਨਹੀਂ ਹੈ, ਚਲੀ ਜਾਏਗੀ, ਪਰ ਇੱਕ ਕੁਛ ਨਾ ਕੁਛ ਤੁਸੀਂ ਸਮਾਜ ਨੂੰ ਦੇ ਕੇ ਜਾਓ, ਜਿਸ ਸਮਾਜ ਦੇ ਵਿੱਚ ਰਹਿੰਦੇ ਹੋ। ਇਹ ਸੋਚ ਦੇ ਨਾਲ ਆਪਾਂ ਕੰਮ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਦੀਪ ਸਿੱਧੂ ਸਨ ਐਡਵੋਕੇਟ ਖਾਨ, ਉਹ ਜਿੱਥੋਂ ਤੱਕ ਮਸਲਾ ਆ ਗਿਆ ਕਿ ਅੱਜ ਦੀਪ ਸਿੱਧੂ ਨੂੰ ਸ਼ਰਧਾਂਜਲੀ ਦੇਣ ਵਾਸਤੇ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਨੇ, ਕਿਉਂਕਿ ਮਸਲਾ ਖੂਨ ਦਾ ਰਿਸ਼ਤਾ ਨਹੀਂ ਹੁੰਦਾ, ਮਸਲਾ ਇਨਸਾਨੀਅਤ ਦਾ। ਕੈਮਰਾਮੈਨ ਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਭੁੱਲਰ, ABC ਪੰਜਾਬ, ਫਤਿਹਗੜ੍ਹ ਸਾਹਿਬ।